हेलो जय मसीह की सबनू प्रभु यीशु मसीह के पाक और पवित्र जीवित नाम में खुदा का मैं धन्यवाद करता हूँ कि परमेश्वर ने आज का जो दिन मेरे जीवन ਦੇ ਵਿੱਚ ਬਖਸ਼ਿਆ। ਸੋ ਮੈਂ ਅੱਜ ਪ੍ਰਭੂ ਦਾ ਥੈਂਕਸ ਕਰਦਾ ਹਾਂ। ਪਰਮੇਸ਼ਵਰ ਨੇ ਅੱਜ ਇੱਕ ਮੈਨੂੰ ਨਈ ਗ੍ਰੇਸ ਦਿੱਤੀ ਆ, ਮੈਂ ਸੋ ਗ੍ਰੇਸ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਸੋ ਪ੍ਰਭੂ ਦਾ ਧੰਨਵਾਦ ਆ ਕਿ ਪਰਮੇਸ਼ਵਰ ਨੇ ਬੀਤੇ ਦਿਨਾਂ ਦੇ ਵਿੱਚ ਜਦੋਂ ਮੈਂ ਪਿਛਲੀ ਵਾਰ ਇੱਥੇ ਮੀਟਿੰਗ ਤੇ ਆਇਆ ਸੀ ਗੁਰਦਾਸਪੁਰ, ਮੇਰੀ ਫਸਟ ਮੀਟਿੰਗ ਸੀ ਜੋ ਉਹਦੇ ਵਿੱਚ ਪਰਮੇਸ਼ਵਰ ਨੇ ਅਦਭੁਤ ਰੀਤੀ ਨਾਲ ਆਪਣੇ ਕੰਮ ਦੇ ਲਈ ਯੂਜ਼ ਕੀਤਾ। ਸੋ ਮੈਂ ਫਸਟ ਟਾਈਮ ਪੁਲਪਟ ਤੇ ਜਾ ਕੇ ਪ੍ਰਚਾਰ ਕੀਤਾ ਘੱਟੋ ਘੱਟ 50 ਲੋਕਾਂ ਦੇ ਵਿੱਚ। ਸੋ ਇਹ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਸੋ ਅੱਜ ਵੀ ਮੈਂ ਤੁਹਾਡੇ ਨਾਲ ਇੱਕ ਪਰਮੇਸ਼ਵਰ ਦੀ ਦਇਆ ਦੇ ਨਾਲ ਇੱਕ ਗੱਲਬਾਤ ਕਰਾਂਗਾ, ਇੱਕ ਵਚਨ ਸ਼ੇਅਰ ਕਰਾਂਗਾ। ਸੋ ਮੈਂ ਇਹ ਵਿਸ਼ਵਾਸ ਕਰਦਾ ਕਿ ਮੇਰਾ ਪਰਮੇਸ਼ਵਰ ਜਿਸ ਤਰ੍ਹਾਂ ਉਸ ਟਾਈਮ ਖੁਦਾ ਨੇ ਮੈਨੂੰ ਬਲੈਸ ਕੀਤਾ, ਸੋ ਪ੍ਰਭੂ ਨੇ ਕੱਲ ਰਾਤ ਵੀ ਮੈਨੂੰ ਬਲੈਸ ਕੀਤਾ। ਹਾਲੇਲੂਇਆ। ਸੋ ਪ੍ਰਭੂ ਦੇ ਕਲਾਮ ਦੇ ਵਿੱਚ ਲਿਖਿਆ, ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਜੁੜ ਜਾਂਦੇ ਆ, ਰੀਅਲ ਤੋਂ ਪਰਮੇਸ਼ਵਰ ਦੇ ਨਾਲ ਤੁਹਾਡਾ ਜਦੋਂ ਆਮਣਾ ਸਾਹਮਣਾ ਜਦੋਂ ਕਨੈਕਸ਼ਨ ਹੋ ਜਾਂਦਾ ਹੈ ਤੇ ਤੁਸੀਂ ਜੋ ਪਰਮੇਸ਼ਵਰ ਦੇ ਕੋਲੋਂ ਮੰਗਦੇ ਆ ਤਾਂ ਤੁਹਾਨੂੰ ਪਰਮੇਸ਼ਵਰ ਦਿੰਦਾ। ਹਾਲੇਲੂਇਆ। ਸੋ ਇਹ ਮੇਰੇ ਜੀਵਨ ਦੀ ਗਵਾਹੀ ਹੈ। ਮੈਂ ਜਦੋਂ ਵੀ ਪ੍ਰਭੂ ਦੇ ਕੋਲੋਂ ਕੁਝ ਮੰਗਿਆ, ਪਰਮੇਸ਼ਵਰ ਨੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਹਾਲੇਲੂਇਆ। ਸੋ ਪਿਛਲੇ ਸਾਲਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਵਰ ਨੇ ਮੇਰੀ ਜੋ ਮੈਰਿਜ ਕਰਵਾਈ ਸੀ ਉਹਦੇ ਲਈ ਵਿੱਚ ਵੀ ਖੁਦਾ ਨੇ ਆਪਣੀ ਇੱਛਾ ਨੂੰ ਪੂਰਾ ਕੀਤਾ। ਸੋ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਪਰਮੇਸ਼ਵਰ ਨੇ ਬੜੀ ਗਵਾਹੀ ਮੈਨੂੰ ਦਿੱਤੀ, ਮੈਰਿਜ ਦੀ ਬੜੀ ਗਵਾਹੀ ਦਿੱਤੀ। ਪਰਮੇਸ਼ਵਰ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀਆਂ ਇਦਾਂ ਦੀਆਂ ਟੈਸਟਮਨੀਆਂ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਜੋ ਮੈਨੂੰ ਦਿੱਤੀਆਂ। ਸੋ ਪ੍ਰਭੂ ਨੇ ਸਾਰੇ ਕੰਮ ਕਰਨੇ ਸ਼ੁਰੂ ਕੀਤੇ ਆ। ਹਾਲੇਲੂਇਆ। ਸੋ ਪ੍ਰਭੂ ਦੀ ਦਇਆ ਦੇ ਨਾਲ ਮੈਂ ਆਨਲਾਈਨ ਪ੍ਰਾਰਥਨਾ ਕਰਦਾ ਸੀ। ਪਰਮੇਸ਼ਵਰ ਨੇ 2-3 ਭੈਣਾਂ ਨੂੰ ਬਲੈਸ ਕੀਤਾ, ਉਹਨਾਂ ਨੂੰ ਚੰਗਿਆਈ ਦਿੱਤੀ ਆ। ਸੋ ਇਸੇ ਮਾਧਿਅਮ ਦੇ ਵਿੱਚ ਮੈਂ ਅੱਜ 6 ਮਾਰਚ ਤੋਂ ਮੈਂ ਸ਼ੁਰੂਆਤ ਕਰਨ ਜਾ ਰਿਹਾ ਮਾਰਨਿੰਗ ਪ੍ਰੇਅਰ ਦੀ, ਈਵਨਿੰਗ ਪ੍ਰੇਅਰ ਦੀ। ਜਿਹੜੇ ਮੇਰੇ ਭਾਈ ਭੈਣ ਜਿਹੜੇ ਮੇਰੇ ਨਾਲ ਜੁੜੇ ਹੋਏ ਆ, ਜੋ ਪਰਮੇਸ਼ਵਰ ਦੇ ਵਿੱਚ ਵੀਕ ਚੱਲਦੇ ਆ, ਜੋ ਪਰਮੇਸ਼ਵਰ 'ਚ ਕਮਜ਼ੋਰ ਆ, ਜੋ ਪਰਮੇਸ਼ਵਰ ਦੇ ਵਿੱਚ ਹੋ ਕੇ ਵੀ ਉਹਨਾਂ ਦੀਆਂ ਪ੍ਰੇਅਰ ਲਾਈਫਸ ਡਲ ਹੈ, ਵੀਕ ਨਾ ਚੱਲਦੀਆਂ, ਸ਼ੈਤਾਨ ਦੇ ਅਟੈਕ ਚੱਲਦੇ ਆ। ਸੋ ਵਚਨ ਦੇ ਵਿੱਚ ਲਿਖਿਆ ਇਹ ਚੀਜ਼ਾਂ ਨਾਰਮਲ ਆ, ਇਹ ਚੀਜ਼ਾਂ ਹੋਣੀਆਂ ਜ਼ਰੂਰੀ ਆ, ਕਿਉਂਕਿ ਜੇ ਤੁਹਾਡੇ ਜੀਵਨ ਦੇ ਵਿੱਚ ਚੀਜ਼ਾਂ ਨਹੀਂ ਹੋਣ ਤਾਂ ਅਨੰਤ ਜੀਵਨ ਕਿਹੋ ਜਿਹਾ, ਤੁਸੀਂ ਮਸੀਹ ਦੇ ਨਾਲ ਕਿੱਦਾਂ ਜੁੜੋਗੇ ਜੇ ਤੁਹਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਨਾ ਹੋਣਗੀਆਂ। ਹਾਲੇਲੂਇਆ। ਪਰ ਲੇਕਿਨ ਵਚਨ ਦੱਸਦਾ ਕਿ ਇਹ ਚੀਜ਼ਾਂ ਤੁਹਾਨੂੰ ਸਟਰੋਂਗ ਕਰਨ ਵਾਸਤੇ ਹੁੰਦੀਆਂ, ਤੁਹਾਨੂੰ ਸਿਖਾਉਣ ਵਾਸਤੇ ਹੁੰਦੀਆਂ, ਤੁਹਾਨੂੰ ਗਾਈਡ ਕਰਨ ਵਾਸਤੇ ਹੁੰਦੀਆਂ। ਸੋ ਇਸੇ ਵਿਜ਼ਨ ਨੂੰ ਲੈ ਕੇ ਮੈਂ ਮਾਰਨਿੰਗ ਪ੍ਰੇਅਰ ਸਟਾਰਟ ਕੀਤੀ ਆ। ਸੋ ਪ੍ਰਭੂ ਦੀ ਗ੍ਰੇਸ ਦੇ ਨਾਲ ਜਦੋਂ ਪ੍ਰਭੂ ਮੈਨੂੰ ਹਿੰਮਤ ਦੇਗਾ ਪ੍ਰੇਅਰ ਕਰਨ ਦੇ ਲਈ ਆਨਲਾਈਨ ਲੋਕਾਂ ਵਾਸਤੇ, ਸੋ ਮੈਂ ਹਫਤੇ ਦੇ ਵਿੱਚ ਇੱਕ ਵੀਡੀਓ ਆਨਲਾਈਨ, ਜਿਸ ਤਰ੍ਹਾਂ ਮੇਰੀ ਬੇਸਿਕ ਵੀਡੀਓ ਜਾਂਦੀਆਂ ਹੀ ਆ ਪ੍ਰਭੂ ਦੇ ਸੁਸਮਾਚਾਰ ਨੂੰ ਲੈ ਕੇ, ਤਾਂ ਉਸੇ ਤਰ੍ਹਾਂ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਅਸੀਂ ਮਾਰਨਿੰਗ ਐਵਰੀ ਡੇ ਪ੍ਰਭੂ ਦੀ ਇੱਛਾ ਦੇ ਨਾਲ ਤੁਹਾਡੇ ਜੀਵਨ ਦੇ ਲਈ, ਤੁਹਾਡੇ ਜਿੰਨੇ ਵੀ ਮਸਲੇ ਆ ਉਹਨਾਂ ਵਾਸਤੇ ਅਸੀਂ ਪ੍ਰਾਰਥਨਾ ਕਰਾਂਗੇ। ਸੋ ਇਹ ਪ੍ਰਾਰਥਨਾ ਤੁਹਾਡੇ ਜੀਵਨ ਨੂੰ ਟੱਚ ਕਰੇਗੀ, ਹੀਲ ਕਰੇਗੀ, ਡਿਲੀਵਰ ਕਰੇਗੀ ਯਿਸੂ ਮਸੀਹ ਦੇ ਨਾਮ 'ਚ, ਔਰ ਬੜੀ ਰੀਤੀ ਨਾਲ ਤੁਹਾਡੇ ਜੀਵਨ 'ਚ ਕੰਮ ਕਰੂਗੀ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦੇ ਦਾਸ ਦਾ ਜੋ ਵਿਜ਼ਨ, ਮੇਰੇ ਮੈਂਟਰ ਅਪੋਸਟਲ ਅੰਕਲ ਨੂਰੁੱਲਾ ਯੂਸਫ ਜੀ ਦਾ ਜੋ ਵਿਜ਼ਨ ਹੈ, ਜੋ ਉਹਨਾਂ ਦਾ ਇੱਕ ਦਰਸ਼ਨ ਹੈ, ਉਸ ਦਰਸ਼ਨ ਨੂੰ ਫੋਲੋ ਕਰਦੇ ਹੋਏ ਮੈਂ ਤੁਹਾਡੇ ਨਾਲ ਇਹ ਗੱਲਾਂ ਸ਼ੇਅਰ ਕਰ ਰਿਹਾ, ਤਾਂ ਕਿ ਪਰਮੇਸ਼ਵਰ ਦੇ ਕੰਮ ਨੂੰ ਹਰ ਇੱਕ ਇਨਸਾਨ ਜਾਣ ਲਵੇ ਕਿ ਯਹੋਵਾ ਜਗ੍ਹਾ ਮਾਇਨੇ ਨਹੀਂ ਕਰਦਾ ਕਿ ਤੁਸੀਂ ਹੱਥ ਰਖਾਓਗੇ ਕਿ ਤੁਸੀਂ ਬਲੈਸ ਹੋਗੇ। ਉਹ ਕਹਿੰਦਾ ਕਿ ਜਦੋਂ ਮੇਰਾ ਸ਼ਬਦ ਆਂਦਾ ਹੈ ਤਾਂ ਰੋਗੀ ਚੰਗੇ ਹੋ ਜਾਂਦੇ ਆ। ਜਦੋਂ ਇੱਕ ਟੱਚ ਆਂਦਾ ਪਰਮੇਸ਼ਵਰ ਦਾ, ਲੋਕਾਂ ਦੀ ਲਾਈਫ ਨੂੰ ਬਲੈਸ ਕਰ ਦਿੰਦਾ। ਹਾਲੇਲੂਇਆ। ਹੰਨਾ ਜਦ ਤੱਕ ਪਰਮੇਸ਼ਵਰ ਤੋਂ ਦੂਰ ਸੀ, ਉਹਦੇ ਜੀਵਨ ਦੇ ਵਿੱਚ ਮਿਰੈਕਲ ਨਹੀਂ ਹੋਇਆ, ਪਰ ਜਦੋਂ ਹੰਨਾ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਗਈ, ਪਰਮੇਸ਼ਵਰ ਦੇ ਇੱਕ ਟੱਚ ਨੇ ਉਹਦੀ ਸ਼ਰਮਿੰਦਗੀ ਨੂੰ ਦੂਰ ਕੀਤਾ ਔਰ ਉਹਨੂੰ ਬਲੈਸ ਕੀਤਾ। ਹਾਲੇਲੂਇਆ। ਸੋ ਅੱਜ ਤੁਹਾਡੇ ਵੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਹੋਣਗੀਆਂ। ਹੋ ਸਕਦਾ ਤੁਸੀਂ ਫਾਈਨੈਂਸ਼ੀਅਲੀ ਕਰਸਿਸ ਦੇ ਥੱਲੇ ਆ, ਹੋ ਸਕਦਾ ਤੁਸੀਂ ਟਰਬਲ ਦੇ ਵਿੱਚ ਆ, ਹੋ ਸਕਦਾ ਕੋਈ ਬਿਮਾਰੀ ਤੁਹਾਨੂੰ ਰੋਕ ਰਹੀ ਆ ਪ੍ਰਭੂ 'ਚ ਵਧਣ ਤੋਂ, ਹੋ ਸਕਦਾ ਕੋਈ ਇਦਾਂ ਦੇ ਬੰਧਨ ਆ ਜਿਹੜੇ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੇ। ਹਾਲੇਲੂਇਆ। ਸੋ ਮੇਰਾ ਬਲੀਵ ਹੈ ਕਿ ਜਦੋਂ ਤੁਸੀਂ ਇਹਨਾਂ ਪ੍ਰਾਰਥਨਾਵਾਂ ਨੂੰ ਸੁਣਨਾ ਸ਼ੁਰੂ ਕਰੋਗੇ ਔਰ ਵਿਸ਼ਵਾਸ ਦੇ ਨਾਲ ਪ੍ਰੇਅਰਸ ਕਰਨਾ ਸ਼ੁਰੂ ਕਰੋਗੇ, ਵਚਨ ਦੀ ਟੀਚਿੰਗ ਨੂੰ ਸੁਣਨਾ ਸ਼ੁਰੂ ਕਰੋਗੇ, ਤਾਂ ਤੁਹਾਡੇ ਜੀਵਨ ਦੇ ਵਿੱਚੋਂ ਬੰਧਨ ਟੁੱਟਣਗੇ ਔਰ ਜੋ ਗ੍ਰੇਸ ਮੇਰੇ ਮੈਂਟਰ ਦੀ ਸਾਡੇ ਜੀਵਨਾਂ ਦੇ ਵਿੱਚ ਹੈ ਉਹ ਤੁਹਾਡੇ ਜੀਵਨ 'ਚ ਵੀ ਕੰਮ ਕਰੂਗੀ ਯਿਸੂ ਮਸੀਹ ਦੇ ਨਾਮ 'ਚ। ਸੋ ਇਹ ਗਵਾਹੀ ਹੈ। ਪਰਮੇਸ਼ਵਰ ਨੇ 2-4 ਦਿਨ ਪਹਿਲਾਂ ਤੋਂ ਲੋਕਾਂ ਦੇ ਜੀਵਨ 'ਚ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ। ਪਰਮੇਸ਼ਵਰ ਨੇ ਹੀਲਿੰਗ ਡਿਲੀਵਰੈਂਸ ਦਾ ਗ੍ਰੇਸ ਜੋ ਹੈ ਰਿਲੀਜ਼ ਕਰਨਾ ਸ਼ੁਰੂ ਕੀਤਾ। ਮੈਂ ਬਲੀਵ ਕਰਦਾ ਜਲਦੀ ਹੀ ਤੁਹਾਡੇ ਵਿੱਚ ਬਹੁਤ ਸਾਰੀਆਂ ਗਵਾਹੀਆਂ ਆਣਗੀਆਂ ਬੜੀ ਰੀਤੀ ਦੇ ਨਾਲ, ਔਰ ਤੁਸੀਂ ਬਹੁਤ ਸਾਰੇ ਲੋਕ ਬਲੈਸ ਹੋਣਗੇ ਇਨ ਦਾ ਨੇਮ ਆਫ ਜੀਸਸ। ਆਮੀਨ। ਸੋ ਹਮਾਰੇ ਨਾਲ
जुड़े रहना और परमेश्वर ਦੇ ਕਲਾਮ ਨੂੰ ਸੁਣਨਾ, ਕਿਉਂਕਿ ਪਿਛਲੇ ਕਲਾਮ ਦੇ ਵਿੱਚ ਮੈਂ ਦੱਸਿਆ ਸੀ ਕਿ ਪਰਮੇਸ਼ਵਰ ਦੇ ਭਵਨ ਦੇ ਵਿੱਚ ਹਰ ਇੱਕ ਵਿਅਕਤੀ ਦਾ ਜਾਣਾ ਬਹੁਤ ਹੀ ਇੰਪੋਰਟੈਂਟ ਆ। ਔਰ ਜੇ ਅਸੀਂ ਪਰਮੇਸ਼ਵਰ ਦੇ ਭਵਨ ਦੇ ਵਿੱਚ ਨਹੀਂ ਜਾਂਦੇ ਤਾਂ ਕਈ ਵਾਰੀ ਸਾਡੀਆਂ ਆਸ਼ੀਸ਼ਾਂ ਰੁਕ ਜਾਂਦੀਆਂ ਨੇ। ਹਾਲੇਲੂਇਆ। ਸੋ ਉਸੇ ਕਾਰਨ ਜਦੋਂ ਅਸੀਂ ਪਰਮੇਸ਼ਵਰ ਦੀ ਆਸ਼ੀਸ਼ ਨੂੰ ਲੈਣਾ ਆ ਤਾਂ ਸਾਨੂੰ ਪਰਮੇਸ਼ਵਰ ਦੇ ਆਗਿਆਵਾਂ ਨੂੰ ਫੋਲੋ ਕਰਨਾ ਪੈਣਾ। ਉਹਨਾਂ ਆਗਿਆਵਾਂ ਦੇ ਵਿੱਚੋਂ ਅੱਜ ਮੈਂ ਤੁਹਾਡੇ ਲਈ ਇੱਕ ਆਗਿਆਵਾਂ ਲੈ ਕੇ ਆਇਆ ਜੋ ਪਰਮੇਸ਼ਵਰ ਨੇ ਆਪਣੇ ਵਚਨ ਦੇ ਵਿੱਚੋਂ ਦਿੱਤੀ ਆ ਮੈਨੂੰ। ਸੋ ਅਸੀਂ ਖੋਲਾਂਗੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਜ਼ਬੂਰ ਦੀ ਕਿਤਾਬ, ਉਹਦਾ 128 ਅਧਿਆਏ, ਉਹਦੀ ਇੱਕ ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਵਚਨ ਕਹਿੰਦਾ, ਆਪਾਂ ਵਚਨ ਦੇ ਵਿੱਚ ਭਜਨ ਸਾਹਿਤਾ 128 ਦੇ ਵਿੱਚ ਲਿਖਿਆ, ਪਰਮੇਸ਼ਵਰ ਦਾ ਦਾਸ ਦਾਊਦ ਇਸ वचन के माध्यम से सानू एक दर्शन दे रहा, सानू एक कमांड दे रहा जो वचन सहायता में लिखा है। हालेलुया। सो जब हम मसीह में आते हैं तो परमेश्वर अपने वचन को भेजता है ताकि हम परमेश्वर को पूरी तरह से पहचान ले। हालेलुया। सो हम इसी वचन के ऊपर ध्यान करने वाले हैं कि आज का ये संदेश जो परमेश्वर ने मुझे दिया है ये आपके जीवन को बदलने के लिए है, आपकी लाइफ को ब्लेस करने के लिए है। और आपके जीवन में क्यों दिक्कत है कि आप बढ़ नहीं पा रहे, आप ग्रो नहीं हो पा रहे, आप में क्या कमी है कि क्या आपके जीवन में परमेश्वर की आशीष नहीं आ रही। हालेलुया। सो मेरे प्रियो, आज इस वचन को ध्यान से सुनना, और यदि आप नए हो तो हमारे चैनल को सब्सक्राइब करें ताकि इससे रिलेटेड, मसीह से रिलेटेड, उसके सुसमाचार से रिलेटेड आप सबको नई वीडियो आने वाली दिनों में जो परमेश्वर ने मुझे दी है मैं आपके साथ शेयर करूंगा। सो मेरा बिलीव है कि ये जो टीचिंग्स चल रही हैं परमेश्वर की, आपकी लाइफ में अचंभे काम करेगी। आमीन। सो हम खोलेंगे भजन संहिता 128 उसकी एक आयत को। जब मैं पढ़ूंगा तो वचन में क्या लिखा, क्या ही धन्य है वह हर एक जो यहोवा का भय मानता है। हालेलुया। यहाँ एक शब्द आता है डर, भय जिसे बोलते हैं, हिंदी में भय बोलते हैं, पंजाबी में से डर कहते हैं। तो इसी को वचन को लेकर जो पूरा वचन लिखा गया है, पूरा संदेश लिखा गया है, एक इंसान के डर मानने से उसके जीवन में क्या क्या आशीषें आ सकती है। हालेलुया। पर आज हम दुनिया में देखें तो हर इंसान के अंदर परमेश्वर का भय नहीं है। उसी भय को डालने के लिए परमेश्वर बहुत सी विपत्तियों को आपके जीवन में डालता है ताकि आप परमेश्वर के भय को समझें और उसके हुक्म को पालना करें। हालेलुया। सो परमेश्वर का कलाम कहता है कि हन्ना की कोख परमेश्वर ने बंद कर रखी थी कि जब तक वह परमेश्वर के भवन में ना जाती परमेश्वर उसके जीवन में बड़ा काम ना करता। हालेलुया। उसके भवन में गई और उसकी इच्छा के अनुसार, परमेश्वर की इच्छा के अनुसार उसने प्रार्थना की और परमेश्वर ने उसे रिजल्ट दिया, उसे ब्लेस किया बेबी के साथ। आपके जीवन में भी हो सकता है ऐसी कोई परमेश्वर की इच्छा हो, परमेश्वर की आपके जीवन में कि आपको ब्लेस करना चाहता है, लेकिन आप उस वचन को फॉलो ही नहीं कर रहे, तो आपके जीवन में आशीष कैसे आ सकती है। हालेलुया। हम फल तो चाहते हैं लेकिन हम फल के ऊपर, उस पेड़ के ऊपर जिससे फल आने हैं उसके ऊपर काम करना नहीं चाहते। हालेलुया। सो आपने देखा ही होगा एक माली जब काम करता है तो किस तरह से एक पेड़ को ग्रो करने के लिए उसको खाद डालता है, उसको किस तरह से तैयार करता है, किस तरह से उस पेड़ को टाइम पर पानी डालता है ताकि वो फले और फल लेके आ सके। आमीन। सो मसीह का वचन भी हमारे जीवन में यही काम करता है कि हमारे जीवन में बहुत सारा फल परमेश्वर देखना चाहता है। उस फल को पाने के लिए परमेश्वर हमें कई बार तोड़ता है, मरोड़ता है, और कई बार हमें परमेश्वर उन प्रवृत्तियों में जाने देता है जिनके कारण हम पूरी तरह पक्के मसीही बनते हैं। आमीन। सो मेरे प्रियो, यहाँ दाऊद कहता कि उसके भय मानने से, उसके डर रखने दे नाल, ਉਹਦੇ ਡਰ ਰੱਖਣ ਦੇ ਨਾਲ ਹੀ ਤੁਹਾਡੇ ਜੀਵਨ ਤੇ ਇਹ ਆਸ਼ੀਸ਼ਾਂ ਆ ਜਾਣੀਆਂ। ਪਰ ਅੱਜ ਇਨਸਾਨ ਦੇ ਜੀਵਨ 'ਚ ਡਰ ਨਹੀਂ ਆ। ਅੱਜ ਉਹ ਗਲਤ ਬੇਵਿਚਾਰ ਕਰਨ ਲੱਗੇ ਡਰਦਾ ਨਹੀਂ ਆ, ਉਹ ਅੱਜ ਝੂਠ ਬੋਲਣ ਲੱਗੇ ਡਰਦਾ ਨਹੀਂ ਆ, ਅੱਜ ਉਹ ਲਾਲਚ ਕਰਨ ਲੱਗੇ ਡਰਦਾ ਨਹੀਂ ਆ, ਉਹ 2 ਨੰਬਰ ਦੀ ਕਮਾਈ ਕਰਨ ਲੱਗੇ ਡਰਦਾ ਨਹੀਂ। ਕਿਉਂ? ਕਿਉਂਕਿ ਉਹ ਪਰਮੇਸ਼ਰ ਦਾ ਭੈ ਉਹਦੇ ਅੰਦਰ ਨਹੀਂ ਰਿਹਾ। ਆਦਮ ਉਦੋਂ ਤੱਕ ਪਾਪੀ ਨਹੀਂ ਹੋਇਆ ਜਦੋਂ ਤੱਕ ਉਹਦੇ ਅੰਦਰ ਪਰਮੇਸ਼ਰ ਦਾ ਡਰ ਸੀ। ਜਦੋਂ ਪਰਮੇਸ਼ਰ ਦਾ ਉਹਦਾ ਡਰ ਉਹਦੇ ਅੰਦਰੋਂ ਖਤਮ ਹੋ ਗਿਆ, ਉਸ ਤੋਂ ਬਾਅਦ ਉਹ ਪਰਮੇਸ਼ਰ ਦੇ ਸਾਹਮਣੇ ਪਾਪੀ ਬਣ ਗਿਆ। ਹਾਲੇਲੂਇਆ। ਸੋ ਮੇਰੇ ਪ੍ਰਿयो, ਜਦ ਤੱਕ ਪਰਮੇਸ਼ਰ ਦਾ ਡਰ ਤੁਹਾਡੇ ਅੰਦਰ ਆ ਉਦੋਂ ਤੱਕ ਹੀ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਦੇ ਆ। ਜੇ ਤੁਹਾਡੇ ਅੰਦਰ ਉਹਦਾ ਡਰ ਨਹੀਂ ਆਂਦਾ ਤਾਂ ਤੁਸੀਂ बार-बार गलतियां करते हैं। आमीन। क्योंकि वचन में लिखा है कि उसके भय मानने से जो आशीषें तुम पर आएंगी वो ये हैं। अगर आप परमेश्वर का भय मानोगे तभी आशीष आएगी,
परमेश्वर के पहले वर्ड को तो आप फॉलो नहीं कर रहे और नेक्स्ट वर्ड के लिए प्रार्थना करिए कि परमेश्वर मुझे गाड़ी दे, परमेश्वर मुझे बंगला दे, परमेश्वर मेरे मसलों को हल कर, परमेश्वर मुझे चंगा कर। परमेश्वर कैसे चंगा करे? आप फल बटोर रहे हो लेकिन आप ये नहीं चाहते कि हम मेहनत करें, हम उसको पानी भी दे पेड़ को, सीधा ही जाते हैं फल को मांगने लगते हैं कि परमेश्वर हमें फल दे दे। हालेलुया। ऐसे फल नहीं मिलने वाले। मेरी लाइफ में ऐसे बहुत से इंसिडेंट हुए हैं कि परमेश्वर ने मुझे बार बार तोड़ा, बार बार गिराया, बार बार मुझे गिराता गया, उठाता गया और परमेश्वर ने मुझे खड़ा किया। आज मैं आप सबके सामने प्रीच कर पा रहा हूँ। ये परमेश्वर की महिमा है, परमेश्वर की वड्याई है कि उसने मुझे इस काबिल बनाया है। सो मेरे प्रियो, अगर आप परमेश्वर के अच्छे फल अपने जीवन में देखना चाहते हैं तो उसका भय मानो, उसके हुक्म की पालना करो। जिस प्रकार मैंने बताया कि आपको सब्बत के दिन परमेश्वर के भवन में जाना है, परमेश्वर के घर में आशीष को लेना है, उसी तरह से अगर परमेश्वर के भय को आप मानोगे तो आपके जीवन ब्लेस होंगे, आशीषित होंगे और डिलीवर होंगे। सो मेरे प्रियो, इस वचन के अकॉर्डिंग जब आप पूरे वचन को पढ़ोगे तो परमेश्वर अपनी आशीषें उस व्यक्ति के ऊपर उंडेलेगा जो उसका भय मानता है। हालेलुया। क्योंकि अगर एक व्यक्ति परमेश्वर का भय मानेगा, उसके हुक्म मानेगा, तो वो पाप नहीं करेगा। अगर उसके अंदर डर निकल गया, हालेलुया, अगर उस व्यक्ति के अंदर से डर निकल गया तो वो कभी भी परमेश्वर को प्रसन्न नहीं कर पाएगा। वो सोचेगा कि हाँ कोई बात नहीं, प्रेयर कर लांगा, प्रार्थना कर लांगा, कुछ नहीं होने लगा। हालेलुया। पर वचन जिथे टुटिया उत्थे सप ने दसिया। आमीन। सो सानू केयरफुली होके परमेश्वर ਦਾ ਹੁਕਮ ਮੰਨਦੇ ਹੋਏ, ਵਚਨ ਦੇ ਸਿਧਾਂਤਾਂ ਤੇ ਚੱਲਦੇ ਹੋਏ ਉਸ ਕੰਮ ਨੂੰ ਪੂਰਾ ਕਰਨਾ ਜੋ ਕੰਮ ਪਰਮੇਸ਼ਵਰ ਨੇ ਸਾਨੂੰ ਸੌਂਪਿਆ। ਸੋ ਪਰਮੇਸ਼ਵਰ ਦੇ ਭੈ ਦੇ ਅੰਦਰ ਰਹੋ ਤਾਂ ਕਿ ਪਰਮੇਸ਼ਵਰ ਤੁਹਾਨੂੰ ਹੋਰ ਉੱਚਾ ਉਠਾ ਸਕੇ। ਪਰਮੇਸ਼ਵਰ ਤੁਹਾਨੂੰ ਗ੍ਰੇਟ ਬੁੱਧੀ ਦੇ ਨਾਲ ਬਲੈਸ ਕਰੇ। ਸੋ ਪਰਮੇਸ਼ਵਰ ਤੁਹਾਡੇ ਜੀਵਨ 'ਚ ਜਿੰਨੇ ਵੀ ਮਸਲੇ ਆ, ਅੱਜ ਦੀ ਇਹ ਪ੍ਰਾਰਥਨਾ ਜਦੋਂ ਸ਼ਾਮ ਦੀ ਪ੍ਰਾਰਥਨਾ YouTube ਤੇ ਜਾਏਗੀ, ਤੁਹਾਡੇ ਜੀਵਨ ਨੂੰ ब्लेस करेगी, आशीषित करेगी, डिलीवर करेगी यीशु मसीह के नाम में। आमीन। सो प्रार्थना करना ना भुलना साडे लई, साडे मैंटर लई, उन्हां दे लई विजन दे लई, जो उन्हां दा दर्शन आ कि बहुत सारियां ब्रांचेस ओपन करनियां, उन्हां दे लई प्रार्थना करना, उन्हां दी सेवकाई लई प्रार्थना करना, साडी सेवकाई लई प्रार्थना करना। असीं जल्द ही परमेश्वर दी ग्रेस दे नाल साउंड लैण जा रहे हैं। प्रभु दी दया दे नाल परमेश्वर इंतजाम करे और असीं चाहुंदे कि सानू बेस्ट तो बेस्ट क्वायर मिले ताकि परमेश्वर के राज ਨੂੰ ਅਸੀਂ ਵਧਾ ਸਕੀਏ। ਹਾਲੇਲੂਇਆ। ਸੋ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜ ਕੇ ਪਰਮੇਸ਼ਵਰ ਦੇ ਰਾਜ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਨਵਾਈਟਡ ਹੋ, ਤੁਸੀਂ ਸਾਡੇ ਨਾਲ ਜੁੜ ਕੇ ਪਰਮੇਸ਼ਵਰ ਦੀ ਮਹਿਮਾ ਲਈ ਕਾਰਜ ਕਰ ਸਕਦੇ ਹੋ। ਪ੍ਰਭੂ ਤੁਹਾਨੂੰ ਬਲੈਸ ਕਰੇ। ਸੋ ਖੁਦਾਵੰਦ ਦੇ ਵਚਨ ਨੂੰ ਪੂਰਾ ਕਰਨਾ ਸਾਡੇ ਜੀਵਨ ਦਾ ਇੱਕ ਅਹਿਮ ਰੋਲ ਆ। ਜੇ ਅਸੀਂ ਉਸ ਵਚਨ ਨੂੰ ਪੂਰਾ ਨਹੀਂ ਕਰਦੇ ਤਾਂ ਸਾਡੇ ਜੀਵਨ 'ਚ ਆਸ਼ੀਸ਼ ਵੀ ਨਹੀਂ ਹੈ। ਹਾਲੇਲੂਇਆ। ਸੋ ਪ੍ਰਭੂ ਦੇ ਵਚਨ ਨੂੰ ਫੋਲੋ ਕਰੋ, साथ ही साथ ਸਾਡੇ ਲਈ प्रार्थना भी करो।